ਜੀ ਮੇਰੇ ਨਾਲ ਘੱਟੋ ਘੱਟ ਨਹੀਂ ਤਾਂ 50 ਹੋਰ ਅੱਖਰਕਾਰੀ ਜੁੜੇ ਵੀ ਹੈ। ਮਤਲਬ ਜਦੋਂ ਵੀ ਬੰਦਾ ਵਿਛੜਿਆ ਹੋਣਾ ਉਦੋਂ ਕੰਧਾਂ ਨਵੀਆਂ ਹੋਣੀਆਂ। ਪੰਜਾਬੀ ਦੇ 35 ਅੱਖਰ ਆਉਂਦੇ ਆ ਤੇ ਸਾਰੀਆਂ ਲਗਾ ਮਾਤਰਾ ਇਹਨਾਂ 'ਚ। ਵਾਹ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। 38ਵੀਆਂ ਸਿੱਖ ਗੇਮਸ ਮੈਲਬੌਰਨ ਦੇ ਵਿੱਚ ਇਸ ਵਾਰ ਹੋ ਰਹੀਆਂ ਤੇ ਇਸ ਜਿਹੜੀ ਗੇਮਸ ਹੈਗੀਆਂ ਇਹ ਉਹਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਦੇਣ ਹੈ ਇੱਕ ਸਿੱਖ ਕੌਮ ਦੀ ਵੀ ਹੈਗੀ ਆ, ਨਾਲ ਨਾਲ ਸਾਡੀ ਇਤਿਹਾਸ, ਸਾਡਾ ਜਿਹੜਾ ਵਿਰਾਸਤ ਆ, ਸਾਡਾ ਸੱਭਿਆਚਾਰ ਆ, ਉਹਦੇ ਬਾਰੇ ਜਾਣਕਾਰੀ ਸਾਡੇ ਬੱਚਿਆਂ ਤੱਕ ਪਹੁੰਚਾਉਣੀ, ਇਹ ਵੀ ਪ੍ਰਬੰਧਕਾਂ ਨੇ ਬੀੜਾ ਜਿਹੜਾ ਚੱਕਿਆ ਆ। ਇਸ ਵਾਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਮਿਊਜ਼ੀਅਮ ਜਿਹੜੇ ਆ ਬਣੇ ਹੋਏ ਆ। ਤੇ ਹੁਣ ਮੈਂ ਗੱਲ ਤੁਹਾਨੂੰ ਕਰਵਾਉਣ ਜਾ ਰਿਹਾ ਆ। ਸਾਡੇ ਨਾਲ ਨੇ ਸਰਦਾਰ ਸ਼ਿਵ ਸ਼ੰਕਰ ਸਿੰਘ ਜੀ ਤੇ ਨਾਲ ਸਿਮਰਨਜੀਤ ਸਿੰਘ ਹੈਗੇ ਆਪਣੇ ਨਾਲ, ਤੇ ਇਹ ਇੰਚਾਰਜ ਹੈਗੇ ਆ ਜਿਹੜੀ ਇੱਥੇ ਆਪਣੀ ਮਿਊਜ਼ੀਅਮ ਬਣਿਆ ਹੋਇਆ, ਤੇ ਆਪਾਂ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਲੈਣੀਆਂ ਕਿ ਇਹ ਜਿਹੜੇ ਫੋਟੋਜ਼ ਵਗੈਰਾ ਲੱਗੀਆਂ ਜਾਂ ਪੁਰਾਤਨ ਸ਼ੈਲੀ ਦੀ ਵੀ ਕੋਈ ਚੀਜ਼ ਹੈਗੀ ਆ ਉਹਦੇ ਬਾਰੇ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣੀ ਆ। ਸਭ ਤੋਂ ਪਹਿਲਾਂ ਦੋਨਾਂ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਜੀ। ਤੇ ਮੋਟਿਵ ਕੀ ਆ ਆਪਣਾ ਇਹ ਲਾਉਣ ਦਾ? ਪਹਿਲਾਂ ਤਾਂ ਮੈਂ ਦੱਸਾਂ ਵੀ ਇਹ ਆਪਣੀ ਫੋਟੋਗ੍ਰਾਫਸ ਨਹੀਂ ਹੈਗੀਆਂ, ਪੇਂਟਿੰਗਸ ਨੇ ਸਾਰੀਆਂ, ਹੈਂਡਮੇਡ ਪੇਂਟਿੰਗਸ ਨੇ ਸਾਰੀਆਂ। ਅੱਛਾ ਜੀ। ਤੇ ਮੋਟਿਵ ਸੀਗਾ ਇੱਕ ਆਪਣੇ ਕਲਚਰ ਨਾਲ, ਆਪਣੇ ਰਿਲੀਜਨ ਨਾਲ ਜੋ ਵੀ ਰਿਲੇਟਡ ਚੀਜ਼ਾਂ ਨੇ ਉਹਨਾਂ ਨੂੰ ਇੱਕ ਆਰਟ ਫਾਰਮ ਦੇ ਵਿੱਚ ਸ਼ੋਅ ਕਰਨ ਦਾ। ਤੇ ਦੂਜਾ ਸੀਗਾ ਵੀ ਜਿਹੜੀ ਬੱਚੇ ਨੇ ਉਹਨਾਂ ਨੂੰ ਆਰਟ ਨਾਲ ਜੋੜਨ ਦਾ, ਕਿ ਉਹ ਦੇਖਣ। ਜਾਨੀ ਜਿਹੜੀਆਂ ਫੋਟੋਆਂ ਦੇਖਣ ਨੂੰ ਤਾਂ ਦੇਖੋ ਇਦਾਂ ਲੱਗਦੀ ਵੀ ਤਾਂ ਖਿੱਚੀਆਂ ਹੁੰਦੀਆਂ। ਅੱਛਾ, ਇਹ ਸਾਰੀਆਂ ਹੱਥ ਨਾਲ ਬਣਾਈਆਂ ਗਈਆਂ? ਬਿਲਕੁਲ ਬਿਲਕੁਲ। ਹਾਂ, ਕੋਈ ਪ੍ਰਿੰਟਿੰਗ ਨਹੀਂ ਕੋਈ। ਅੱਛਾ ਜੀ, ਠੀਕ। ਅੱਛਾ ਜੀ, ਚਲੋ ਬਹੁਤ ਵਧੀਆ। ਤੇ ਆਪਾਂ ਜ਼ਰੂਰ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਦਿੰਦੇ ਆ ਉਹਨਾਂ ਤੱਕ। ਤੇ ਕਿੱਦਾਂ ਦਾ ਹੁਣ ਤੱਕ ਰਿਸਪੌਂਸ ਰਿਹਾ? ਰਿਸਪੌਂਸ ਬਹੁਤ ਵਧੀਆ ਰਿਹਾ ਹੁਣ ਤੱਕ। ਅੱਛਾ ਜੀ। ਤੇ ਸਾਨੂੰ ਸੀਗਾ ਥੋੜਾ ਮੌਸਮ, ਹਾਂਜੀ, ਬਾਰਿਸ਼ ਸੀਗੀ ਜੀ, ਪਰ ਕਾਫੀ ਲੋਕ ਆਏ, ਉਹਨਾਂ ਨੇ ਬਹੁਤ ਵਧੀਆ ਸਵਾਲ ਕੀਤੇ, ਪੁੱਛਿਆ ਪੇਂਟਿੰਗਸ ਬਾਰੇ। ਹਾਂਜੀ। ਤੇ ਆਪਣੇ ਬੱਚਿਆਂ ਨੂੰ ਮਿਲਾਇਆ ਸਾਡੇ ਨਾਲ। ਅੱਛਾ, ਠੀਕ। ਅਸੀਂ ਚਾਹੁੰਦੇ ਸੀਗੇ ਵੀ ਲੋਕ ਆਪਣੇ ਬੱਚਿਆਂ ਨੂੰ ਸਾਡੇ ਨਾਲ ਮਿਲਾਉਣ। ਹਾਂਜੀ, ਠੀਕ ਹੈ। ਤਾਂ ਕਿ ਜਿਵੇਂ ਜਦੋਂ ਅਸੀਂ ਡਿਸਾਈਡ ਕੀਤਾ ਸੀ ਨਾ ਵੀ ਅਸੀਂ ਇਹ ਚੀਜ਼ ਕਰਨੀ ਹੈ, ਹਾਂਜੀ, ਤੇ ਸਾਡਾ ਮੋਟਿਵ ਸੀਗਾ ਵੀ ਇਸ ਵਾਰ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ, ਤੇ ਜਦੋਂ ਅਗਲੀ ਵਾਰ ਮੈਲਬੌਰਨ 'ਚ ਹੋਣ ਤਾਂ ਜਿਹੜੇ ਬੱਚੇ ਅੱਜ ਦੇਖਣ ਆਉਣ ਉਹ ਵਿੱਚ ਐਗਜ਼ੀਬਿਟ ਕਰਨ। ਇਹ ਸਾਡੀ ਸੋਚ ਸੀ, ਕਿਉਂਕਿ ਮੋਸਟਲੀ ਕੀ ਹੁੰਦਾ ਪੇਰੈਂਟਸ ਲੈ ਕੇ ਆਉਂਦੇ ਆ, ਪਤਾ ਨਹੀਂ ਕੋਈ ਝਾਕਾ ਕੀ ਗੱਲ ਆ, ਉਹ ਅਪਰੋਚ ਨਹੀਂ ਕਰਦੇ, ਆਰਟਿਸਟ ਨਾਲ ਗੱਲ ਨਹੀਂ ਕਰਦੇ। ਹੁਣ ਇਸ ਵਾਰ ਅਸੀਂ ਇਹ ਸੀਗਾ ਵੀ ਪਤਾ ਹੋਵੇ ਵੀ ਕਿਹੜੇ ਚਿਹਰੇ ਆ, ਕਿਹੜੇ ਆਰਟਿਸਟ ਆ, ਤਾਂ ਹੀ ਇੱਕ ਉਹੋ ਜਿਹਾ ਉਪਰਾਲਾ ਕੀਤਾ ਵੀ ਚਿਹਰੇ ਵੀ ਲੱਗੇ ਹੋਣ ਫਰੰਟ ਤੇ, ਵੀ ਤਾਂ ਕਿ ਉਹ ਫਿਗਰ ਆਊਟ ਕਰ ਸਕਣ। ਅੱਛਾ ਜੀ। ਤੇ ਜੇ ਅਪਰੋਚ ਕਰਨੇ, ਅਸੀਂ ਵੀ ਵੈਲਕਮਿੰਗ ਖੜੇ ਆ ਵੀ ਕੋਈ ਆਓ ਤੇ ਸਾਡੇ ਨਾਲ ਗੱਲਬਾਤ ਕਰੋ। ਆਪ ਵੀ ਕਰ ਰਹੇ ਆ, ਬਹੁਤ ਬੱਚੇ ਵੀ ਅੱਜ ਮੈਂ ਨੋਟਿਸ ਕੀਤਾ ਵੀ ਬੱਚੇ ਖੁਦ ਆ ਕੇ ਅਪਰੋਚ ਕਰ ਰਹੇ ਆ, ਸਾਡੇ ਕੋਲ ਗੱਲਬਾਤ ਕਰ ਰਹੇ ਆ। ਪਰਥ ਤੋਂ ਕੁਝ ਬੱਚੇ ਆਏ ਹੋਏ ਸੀਗੇ, ਸਿਡਨੀ ਤੋਂ ਆਏ ਹੋਏ ਸੀ, ਸਾਰਿਆਂ ਨੇ ਆ ਕੇ ਗੱਲਬਾਤ ਕੀਤੀ, ਪੁੱਛਿਆ ਚੀਜ਼ਾਂ ਬਾਰੇ, ਵਿਚ ਇਜ਼ ਕੀ ਗੁੱਡ ਪੋਜ਼ਿਟਿਵ ਰਿਸਪੌਂਸ ਹੈ ਨਾ। ਬੱਚਿਆਂ ਨੂੰ ਪਤਾ ਲੱਗਦਾ ਕੁਝ ਜੇ ਉਹ ਹਿਡਨ ਆਰਟ ਕੋਈ ਹੈਗਾ ਉਹਨਾਂ ਦੇ ਅੰਦਰ, ਉਹ ਨਿਕਲੂਗਾ ਬਾਹਰ। ਤੇ ਪੇਰੈਂਟਸ ਅਵੇਅਰਨੈਸ ਆਊਗੀ ਜੇ ਆਉਂਦੇ ਆ ਤਾਂ, ਜੇ ਪੇਰੈਂਟਸ ਅਵੇਅਰਨੈਸ ਆਊਗੀ ਫਿਰ ਬੱਚੇ ਨੂੰ ਵੀ ਇਨਕਰੇਜ ਕਰਨਗੇ ਵੀ ਹਾਂ ਭਾਈ ਤੂੰ ਵੀ ਕਰ ਸਕਦਾ। ਬਿਲਕੁਲ। ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬ ਦੇ ਵਿੱਚ ਸਾਡੇ ਰਹਿਣ ਵਾਲੇ ਆ ਬੱਚੇ, ਕਿਉਂਕਿ ਆਪਾਂ ਜਿੱਦਾਂ ਤੁਸੀਂ ਗੱਲ ਕਰਦੇ ਆਪਾਂ ਉਤਸ਼ਾਹਤ ਨਹੀਂ ਕਰਦੇ ਬੱਚਿਆਂ ਨੂੰ, ਆਪਾਂ ਕਹਿੰਦੇ ਹੈ ਨਾ। ਪ੍ਰੋਬਲਮ ਇਸ ਕਰਕੇ ਆ, ਆਪਾਂ ਬੱਚਿਆਂ ਨੂੰ ਚਾਹੁੰਦੇ ਆ ਵੀ ਉਹ ਚੀਜ਼ਾਂ ਦੇ ਵਿੱਚ ਜਾਓ, ਉਹ ਗੇਮਸ ਵਿੱਚ ਜਾਓ ਜਿੱਥੋਂ ਪੈਸੇ ਦੇ ਆਧਾਰ ਤੇ ਅਸੀਂ ਉਹਦੀ ਕਲਾ ਨਹੀਂ ਦੇਖਦੇ, ਅਸੀਂ ਕੁਝ ਨਹੀਂ ਕਰਦੇ। ਪਰ ਆਹ ਸਾਡਾ ਬਹੁਤ ਵਧੀਆ ਉਪਰਾਲਾ ਵੀ ਜੇ ਬੱਚੇ ਦੇ ਵਿੱਚ ਕੋਈ ਕਲਾ ਹੈਗੀ ਆ, ਖਾਸ ਤੌਰ 'ਤੇ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਵੀ ਆਪਣਾ ਇੱਕ ਸਥਾਨ ਆ, ਘੱਟੋ ਘੱਟ ਉਹਦੀ ਜਿਹੜੀ ਇੱਕ ਮਾਨਸਿਕ ਸੰਤੁਲਨ ਆ ਉਹ ਜ਼ਰੂਰ ਬਣਿਆ ਰਵੇ। ਇਹਦੇ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਬਟ ਅੱਜ ਦੀ ਡੇਟ 'ਚ ਆਰਟ ਦੇ ਵਿੱਚ ਇੰਨੇ ਪੈਸੇ ਵੀ ਹੈਗੇ ਨੇ, ਤੇ ਉਹਦੇ ਫਾਰਮਸ ਇੰਨੀਆਂ ਨੇ, ਤੇ ਜੇ ਉਹ ਪ੍ਰੋਪਰ ਯੂਜ਼ ਕੀਤੀਆਂ ਤਾਂ ਵਧੀਆ ਪੈਸਾ ਵੀ ਕਮਾਇਆ ਜਾ ਸਕਦਾ। ਸਿਰਫ ਇਹ ਗਾਈਡਲਾਈਨ ਦੀ ਜ਼ਰੂਰਤ ਹੈ। ਹਾਂਜੀ, ਠੀਕ। ਅੱਜ ਜਦੋਂ ਕਿ ਆਪਾਂ ਇੰਨੇ ਵਧੀਆ ਵੈਲ ਕਨੈਕਟਡ ਆ ਡਿਜੀਟਲ ਦੇ, ਉਹਦੇ 'ਚ ਆਪਾਂ ਸਾਰੀ ਦੁਨੀਆ ਨਾਲ ਕਨੈਕਟਡ ਆ। ਹਾਂਜੀ, ਬਸ ਤੁਹਾਡੀ ਮਿਹਨਤ, ਤੁਹਾਡੀ ਸਕਿੱਲ 'ਤੇ ਹੈ। ਜੇ ਤੁਸੀਂ ਉਹਨੂੰ ਪ੍ਰੋਪਰ ਯੂਜ਼ ਕਰ ਸਕਦੇ ਹੋ, ਤੁਸੀਂ ਆਪਣੇ ਆਰਟ ਤੋਂ ਵੀ ਵਧੀਆ ਪੈਸਾ ਕਮਾ ਸਕਦੇ ਹੋ। ਵਾਹ ਜੀ ਵਾਹ। ਤੇ ਹੁਣ ਇਹ ਜਿਹੜੀਆਂ ਕਲਾਕ੍ਰਿਤੀਆਂ ਹੈਗੀਆਂ ਆ,
ਇਹ ਸਾਨੂੰ ਦਰਸ਼ਨ ਕਰਾਓ। ਇਹ ਜਿਹੜੀਆਂ ਪਹਿਲੀਆਂ ਸਿਮਰਨ ਦੀਆਂ ਨੇ ਇਹ ਤੁਹਾਨੂੰ ਆਪ ਹੀ ਦੱਸਣਗੇ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਜੀ, ਠੀਕ ਹੈ। ਤੇ ਆਪਾਂ ਸਿਮਰਨ ਜੀ ਹੁਣਾਂ ਦੀਆਂ ਆਪਾਂ ਦੇਖਦੇ ਹਾਂ। ਤੇ ਹਾਂਜੀ, ਆਪਾਂ ਇਹਨਾਂ ਤੋਂ ਇਹ ਮੇਰੀਆਂ ਲੇਟੈਸਟ ਕ੍ਰੀਏਟ ਕੀਤੀਆਂ ਗਈਆਂ ਜੀ। ਆਪਣਾ ਇਹਦਾ ਟਾਈਟਲ ਉਡੀਕ ਹੈ। ਅੱਛਾ, ਵਾਹ ਜੀ ਵਾਹ। ਹਾਂਜੀ, ਮਦਰ ਦੀ ਉਡੀਕ, ਮਾਂ ਦੀ ਉਡੀਕ ਹੈ ਨਾ। ਤੇ ਉਹਦੇ ਨਾਲ ਤੁਸੀਂ ਕੰਧਾਂ ਦੇ ਵਿੱਚੋਂ ਦੇਖੋ ਕਿੱਡਾ ਵਧੀਆ ਇੱਕ ਸੰਦੇਸ਼ ਦਿੱਤਾ ਵੀ ਕੰਧਾਂ ਚੋਂ ਉਖੜ ਗਿਆ ਸੀਮੈਂਟ। ਮਤਲਬ ਜਦੋਂ ਵੀ ਬੰਦਾ ਵਿਛੜਿਆ ਹੋਣਾ ਉਦੋਂ ਕੰਧਾਂ ਨਵੀਆਂ ਹੋਣੀਆਂ ਨਾ। ਇਹ ਇੱਕ ਬੜੀ ਇੱਕ ਸੰਕੇਤਕ ਇਹ ਭਾਸ਼ਾ ਹੁੰਦੀ ਹੈਗੀ ਹੈ ਜੀ। ਜੇ ਉੱਥੇ ਕੋਈ ਪ੍ਰੈਜ਼ੈਂਟ ਹੁੰਦਾ ਤਾਂ ਉਹ ਆਪਣੇ ਉਸ ਚੀਜ਼ ਨੂੰ ਕਵਰ ਅਪ ਕਰਦਾ ਵਾ ਹਨਾ। ਤੇ ਪਰ ਬੰਦੇ ਉਹ ਇਸੇ ਉਡੀਕ 'ਚ ਹੀ ਬੈਠੀਆਂ ਵੀ ਪੁੱਤ। ਇਹਦੇ 'ਚ ਇੱਕ ਲਾਈਨ ਹੈਗੀ ਆ, ਹਾਂਜੀ, ਵੇ ਕਾਹਦਾ ਸੁਪਨੇ 'ਚ ਪੁੱਤਾਂ ਮਿਲਿਆ ਇੰਨੇ 'ਚ ਹੀ ਰੂਹ ਰੱਜ ਗਈ। ਉਹ ਇੱਕ ਸੁਪਨੇ ਵਿੱਚ ਮਿਲਾਪ ਨੂੰ ਹੀ ਇੱਕ ਉਹ ਆਪਦੀ ਅੱਛਾ, ਇਹ ਤੁਸੀਂ ਆਪ ਲਿਖਿਆ ਜੀ? ਨਹੀਂ ਜੀ, ਆਪਣਾ ਸਿਡਨੀ ਤੋਂ ਆਪਣੇ ਵੀ ਹਰਜਿੰਦਰ ਜੌਲ ਜੀ ਉਹਨਾਂ ਨੇ ਅਸੀਂ ਇਸ ਚੀਜ਼ ਨੂੰ ਰਿਫਲੈਕਟ ਕੀਤਾ ਜਿਹੜੇ ਮੈਂ ਬਣਾਇਆ। ਹਾਂਜੀ, ਤਾਂ ਕਿ ਉਹਦੇ 'ਚ ਇੱਕ ਹੋਰ ਐਕਸਟਰਾ ਜਾਣ ਵੀ ਪਵੇ, ਤਾਂ ਕਿ ਤੁਸੀਂ ਤਸਵੀਰ ਵੇਖੋ ਜਾਂ ਉਹਨੂੰ ਵੇਖੋ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਕੌਣ ਕਿਹਦਾ ਸੈਪਰੇਟ ਨਹੀਂ ਕਰ ਸਕਦੇ। ਵਾਹ ਜੀ। ਤੇ ਇਹ ਲਿਖਾਈ ਤੁਹਾਡੀ ਹੈ ਜੀ? ਇਹ ਲਿਖਿਆ ਹੋਇਆ ਲਿਖਾਈ ਮੇਰੀ ਹੈ ਜੀ। ਵਾਹ ਜੀ, ਜਿੰਨਾ ਥਰੂ ਆਊਟ ਕੰਮ ਸਾਰਾ ਮੇਰਾ ਹੱਥ ਹੀ ਕੀਤਾ ਹੋਇਆ ਜੀ। ਵਾਹ ਜੀ, ਬਹੁਤ ਵਧੀਆ ਲਿਖਾਈ ਆ। ਤੁਹਾਨੂੰ ਤਾਂ ਨੰਬਰ ਯਾਨੀ 15 ਚੋਂ 15 ਮਿਲਦੇ ਹੋਣੇ ਲਿਖਾਈ ਦੇ ਨਾ। ਮੈਂ ਕੋਵਿਡ 'ਚ ਐਕਚੁਅਲ 'ਚ ਮੈਂ ਪੰਜਾਬੀ ਬਹੁਤ ਘੱਟ ਲਿਖੀ ਜਾਂ ਪੜ੍ਹੀ ਸੀਗੀ। ਅੱਛਾ ਜੀ। ਤੇ ਐ ਤਾਂ ਪੜ੍ਹਦੇ ਸੀ ਪਰ ਸਕੂਲ 'ਚ ਉਹਨਾਂ ਕਦੇ ਧਿਆਨ ਨਹੀਂ ਦਿੱਤਾ। ਕੋਵਿਡ 'ਚ ਮੈਂ ਆਪਣੀ ਅਭਿਆਸ ਬਹੁਤ ਕੀਤਾ। ਅੱਛਾ ਜੀ, ਠੀਕ ਹੈ। ਹਾਂਜੀ, ਲਿਖਾਈ ਸੁਧਾਰ ਦਾ ਤੇ ਪੜ੍ਹਨ ਦਾ ਵੀ। ਵਾਹ ਜੀ ਵਾਹ। ਤੇ ਜਿਹਦੇ ਕਰਕੇ ਕਿ ਹੁਣ ਬੈਟਰ ਫਾਰਮ ਤੁਸੀਂ ਦੇਖ ਰਹੇ ਆ ਵੀ ਹੁਣ ਬਹੁਤ ਵਧੀਆ, ਬਹੁਤ ਵਧੀਆ ਪੈ ਗਿਆ ਅੱਗੇ ਵੀ। ਹਾਂਜੀ, ਆਪਣਾ ਇੱਧਰ ਲਿਖਣ ਦੀ ਕੋਸ਼ਿਸ਼ ਹੋਰ ਮੇਰੀ ਰਹਿੰਦੀ ਹੈ ਹਮੇਸ਼ਾ। ਅੱਛਾ ਜੀ, ਠੀਕ ਹੈ ਜੀ। ਆ ਜਿਹੜੀਆਂ ਪੰਕਤੀਆਂ ਲਿਖੀਆਂ, ਲਾਈਨਾਂ ਲਿਖੀਆਂ ਵੇ, ਇਹ ਇਟਸੈਲਫ 'ਚ ਇਹਨਾਂ 'ਚ 35 ਆਪਣੇ ਪੰਜਾਬੀ ਦੇ 35 ਅੱਖਰ ਆਉਂਦੇ ਆ ਤੇ ਸਾਰੀਆਂ ਲਗਾ ਮਾਤਰਾ ਇਹਨਾਂ 'ਚ। ਵਾਹ ਜੀ ਵਾਹ। ਇਹ ਦੋਨੇ, ਇਹ ਆਪਣਾ ਡਾਕਟਰ ਹਰਦੀਪ ਕੌਰ ਜੀ ਸੰਧੂ ਸਿਡਨੀ ਹੈ ਨਾ। ਹਾਂਜੀ ਹਾਂਜੀ। ਉਹਨਾਂ ਦੀ ਕਿਤਾਬ ਰੰਗ ਸ਼ਹੂਦੀ ਚੋਂ ਲਿੱਤੀਆਂ ਗਈਆਂ ਤੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਮੈਂ ਇੱਕ ਆਰਟ ਵਰਕ ਕ੍ਰੀਏਟ ਕੀਤਾ ਜੀ। ਤੇ ਆ ਵੀ ਵਧੀਆ ਸਿਮਰਨ ਜੀ, ਜਿੱਦਾਂ ਆਪਾਂ ਸਾਨੂੰ ਤਾਂ ਇਹੀ ਪੜ੍ਹਾਈ ਗਿਆ ਵੀ ਨਈਆਂ ਵੀ ਖਾਲੀ ਆ, ਨਈਆਂ ਵੀ ਖਾਲੀ ਆ। ਉਹਨਾਂ ਦੀ ਵੈਲਿਊ ਹੈਗੀ ਆ। ਉਹ ਨਈਆਂ ਵੀ ਜਿਹੜੇ ਜੰਗਾਂ ਕੁਝ ਵੀ ਆ ਤੇ ਜਿੱਦਾਂ ਇੱਥੋਂ ਤਰਿੰਜਣ, ਹਾਂ ਤਰਿੰਜਣ, ਤੇ ਇੱਧਰ ਖੰਗਣ। ਵਾਹ ਜੀ ਵਾਹ। ਤੇ ਵੀ ਉਹ ਚੀਜ਼ਾਂ ਦੀ ਵੈਲਿਊ ਹੈਗੀ ਆ, ਉਹ ਖਾਲੀ ਨਹੀਂ ਰਹੇਗੀ। ਹਾਂ, ਨਹੀਂ ਅਸੀਂ ਬਣਾ ਲਿਆ ਖਾਲੀ, ਸਾਨੂੰ ਜ਼ਰੂਰਤ ਨਹੀਂ ਪਈ, ਪਰ ਖਾਲੀ ਨਹੀਂ ਸੀ ਇਹ। ਖਾਲੀ ਨਹੀਂ ਹੈਗੇ। ਠੀਕ ਹੈ ਜੀ, ਵਾਹ ਜੀ ਵਾਹ। ਤੇ ਖਾਲੜਾ ਸਾਹਿਬ ਨੂੰ ਵੀ ਤੁਸੀਂ ਸਮਰਪਿਤ ਕੀਤਾ? ਹਾਂਜੀ, ਤੇ ਇਹ ਵੀ ਰੀਸੈਂਟ ਹੀ ਮੇਰਾ ਆਰਟ ਵਰਕ ਹੈ। ਅੱਛਾ। ਤੇ ਜੋ ਕਿ ਮੈਂ ਸਿੱਖ ਗੇਮਸ ਕਰਕੇ ਕ੍ਰੀਏਟ ਕੀਤਾ ਸੀਗਾ ਜੀ। ਤੇ ਸਹੀ ਆ। ਇੱਧਰ ਆਪਣੇ ਗਣੇਸ਼ ਭਗਵਾਨ ਦੇ ਉਹਨਾਂ ਦੀ ਬਹੁਤ ਤੁਸੀਂ ਵਧੀਆ ਬਣਾਈ ਆ। ਇਹਦੇ ਵਿੱਚ ਇੱਕ ਤਾਂ ਤੁਸੀਂ ਡਾਟ ਕੁਛ ਹੈ ਨਾ ਕੀਤਾ? ਸਾਰਾ ਡਾਟ ਵਰਕ ਹੈ ਜੀ ਇਹ। ਹਾਂਜੀ, ਕਿਤੇ ਵੀ ਕੋਈ ਲਾਈਨ ਨਹੀਂ ਲੱਗੀ ਹੋਈ ਇਹਦੇ 'ਚ। ਵਾਹ ਜੀ। ਫਿਰ ਡਾਟ ਕਰਕੇ ਹੀ ਸਾਰੀ ਪੇਂਟਿੰਗ ਕੰਪਲੀਟ ਕੀਤੀ। ਇਹ ਕਿੰਨਾ ਟਾਈਮ ਲੱਗਾ ਜੀ ਇਹਨੂੰ ਲੱਗ ਗਏ ਸੀ ਅਰਾਊਂਡ 8 ਮਹੀਨੇ, 7-8 ਮਹੀਨੇ ਲੱਗ ਗਏ ਸੀ ਇਹਨੂੰ ਕ੍ਰੀਏਟ, ਕਿਉਂਕਿ ਐਕਚੁਅਲ 'ਚ ਤੁਸੀਂ ਲਗਾਤਾਰ ਕੰਮ ਨਹੀਂ ਕਰ ਪਾਉਂਦੇ ਕਿ ਹੋਇਆ। ਹਾਂਜੀ, ਕਿਉਂਕਿ ਥੋੜਾ ਜਿਹਾ ਟਾਇਰਿੰਗ ਹੋ ਜਾਂਦਾ। ਪਰ ਜਿੱਦਾਂ ਹੁਣ ਇਹ ਜਦੋਂ ਕਲਾ ਕੋਈ ਬਣਾਉਣੀ ਆ ਉਹਦੇ ਵਿੱਚ ਤਾਂ ਮੂਡ ਤੇ ਡਿਪੈਂਡ ਬਹੁਤ ਕਰਦਾ ਹੈ ਨਾ। ਬਹੁਤ ਜ਼ਿਆਦਾ। ਕਈ ਵਾਰੀ ਐਵੇਂ ਵੀ ਹੁੰਦਾ ਵਾ, ਤੁਸੀਂ ਆਪਦੇ ਆਰਟ ਰੂਮ 'ਚ ਜਾ ਕੇ ਬੈਠੇ ਆ ਤਾਂ ਤੁਸੀਂ 2-3 ਘੰਟੇ ਤੁਸੀਂ ਕੁਝ ਕਰਦੇ ਹੀ ਨਹੀਂ, ਉਹੀ ਬੈਠ ਕੇ ਉੱਠ ਖੜਦੇ ਕਿਉਂਕਿ ਤੁਹਾਡੇ ਕਨਸੈਂਟਰੇਸ਼ਨ ਬਣਾਉਣੀ ਮੂਡ ਬਣਾਉਣਾ ਬਹੁਤ। ਅੱਜ ਤੁਹਾਡਾ ਮੂਡ ਕੁਝ ਹੋ ਰਿਹਾ ਵੀ ਮੈਂ ਅੱਜ ਮੇਰੀ ਕਲਪਨਾ ਆਹ ਕਹਿ ਰਹੀ ਆ। ਹਾਂ, ਵੀ ਕੁਝ ਨਾ ਕੁਝ ਤਾਂ ਕਰੋਗੇ। ਡਿਸਟਰਬ ਨਹੀਂ ਹੋ ਜਾਂਦੇ ਤੁਸੀਂ ਉਹ ਚੀਜ਼ ਨੂੰ ਜੇ ਤੁਹਾਨੂੰ ਲੱਗਦਾ ਵਾ ਵੀ ਤੁਸੀਂ ਕਰਦੇ ਹੋ, ਕਈ ਵਾਰ ਸਟਾਰਟ ਕਰ ਲਈਦਾ। ਹਾਂਜੀ। ਤੁਸੀਂ ਨੈਕਸਟ ਡੇ ਕੀ ਨੈਕਸਟ ਕੁਝ ਮਹੀਨੇ ਵੀ ਕਈ ਵਾਰੀ ਨਹੀਂ ਉਹਨੂੰ ਟੱਚ ਕਰਦੇ। ਵਾਹ ਜੀ। ਤੁਸੀਂ ਉਹਨੂੰ ਰੱਖਦੇ ਆ ਅੱਗੇ ਪਰ ਉਹਨੂੰ ਵੇਖਦੇ ਆ, ਸੋਚਦੇ ਵਿਚਾਰਦੇ। ਜੇ ਤੁਸੀਂ ਕੁਝ ਕਲਪਨਾ ਕ੍ਰੀਏਟ ਕਰ ਰਹੇ ਹੋ ਜੀ, ਉਹਦੇ 'ਚ ਇਹ ਚੀਜ਼ ਹੁੰਦੀ ਵੀ ਕਿਹੜੇ ਤੁਸੀਂ ਰੰਗ ਕਰੋਗੇ, ਕਿਵੇਂ ਤੁਸੀਂ ਉਹਨੂੰ ਐਕਸਟੈਂਡ ਕਰਨਾ, ਹੋਰ ਉਹ ਚੀਜ਼ਾਂ ਐਡ ਹੁੰਦੀਆਂ ਜੀ। ਤੇ ਇਹ ਤਾਂ ਬਹੁਤ ਮਿਹਨਤ ਵਾਲਾ ਕੰਮ ਹੈ ਦੋਸਤੋ। ਆਪਾਂ ਤਾਂ ਦੇਖੋ ਇਦਾਂ ਦੇਖ ਕੇ ਮੈਂ ਦੇਖਿਆ ਵੀ ਇੱਥੇ ਲੋਕ ਆਉਂਦੇ ਨੇ ਤੇ ਇਦਾਂ ਲੰਘ ਜਾਂਦੇ ਨੇ, ਪਰ ਉਹਨੂੰ ਦੇਖੋ ਹੁਣ ਤੁਸੀਂ ਕਹਿੰਦੇ ਆ ਵੀ ਇੰਨੇ ਮਹੀਨੇ ਲੱਗ ਗਏ। ਹਾਂਜੀ, ਇੰਨੇ ਮਹੀਨੇ। ਹੁਣ ਉਹ ਨੋਟ ਕੀਤਾ ਵੀ ਸ਼ਾਇਦ ਇਹ ਬਿੰਦੀਆਂ ਦਾ ਹੀ ਕੰਮ ਹੈ, ਕਿਉਂਕਿ ਮੈਂ ਵੀ ਇਹੀ ਨੋਟ ਕੀਤਾ ਵੀ ਲਕੀਰ ਕਿਤੇ ਦਿਸ ਨਹੀਂ ਰਹੀ। ਵਾਹ ਜੀ ਵਾਹ, ਬਹੁਤ ਵਧੀਆ। ਤੇ ਅਗਲਾ ਜੀ ਕਿਹੜਾ ਹੈ ਜੀ ਤੁਹਾਡਾ? ਅਗਲਾ ਮੇਰਾ ਵੀ ਉਹ ਸੈਕਸ਼ਨ 'ਚ ਆ ਕੇ। ਹਾਂਜੀ, ਠੀਕ ਹੈ। ਪੰਜਾਬ ਤੇ ਦਾ ਟਾਈਟਲ ਹੈਗਾ ਮੈਂ ਪੰਜਾਬ ਬੋਲਦਾ। ਲਾਈਕ ਹਾਂਜੀ, ਕਿਵੇਂ ਆਪਾਂ ਪਹਿਲਾਂ ਕਿੰਨਾ ਆਪਣਾ ਸੀਗਾ ਦਾਇਰਾ ਤੇ ਹੌਲੀ ਹੌਲੀ ਕੀ ਆਪਾਂ ਲੂਜ਼ ਕੀਤਾ ਤੇ ਹੁਣ ਆਪਾਂ ਇੱਥੇ ਉਹ ਕਿਹਾ ਜਾਂਦਾ ਨਾ ਪੰਜਾਬ ਤਕਸੀਮਦਾਰ ਤਕਸੀਮਦਾਰ ਤਕਸੀਮ, ਪਰ ਹੁਣ ਅੱਗੇ ਨਹੀਂ। ਠੀਕ ਹੈ। ਤੇ ਇਹ ਮੇਰੇ ਮੂਲ ਮੰਤਰ ਹੈ ਕੈਲੀਗ੍ਰਾਫੀ। ਇਸ ਤਰ੍ਹਾਂ ਦਾ ਆਰਟ ਮੈਂ ਅਕਸਰ ਕਰਦਾ ਕਿ ਇੱਕ ਤਾਂ ਪ੍ਰੈਕਟਿਸ ਚੱਲਦੀ ਰਹਿੰਦੀ ਹੈ। ਹਾਂ, ਸਹੀ ਹੈ ਜੀ। ਤੇ
ਕ੍ਰੀਏਟੀਵਿਟੀ। ਤੇ ਇਹ ਹੁਣ ਜਾਨੀ ਇੰਨਾ ਹੱਥ ਟਿਕ ਗਿਆ ਵੀ ਇਹ ਵੀ ਤੁਸੀਂ ਕੁਝ ਘੰਟਿਆਂ 'ਚ ਮੁਕਾ ਲੈਂਦੇ ਜਾਂ ਇਹਨਾਂ ਨੂੰ ਵੀ ਟਾਈਮ ਲੱਗ ਜਾਂਦਾ? ਨਹੀਂ, ਇਹ ਜਿਹੜਾ ਕੈਲੀਗ੍ਰਾਫੀ ਵਾਲਾ ਕੰਮ ਹੈ ਇਹ ਥੋੜਾ ਜਿਹਾ ਹੁਣ ਸਪੀਡ ਹੱਥ ਫਲੋ ਵੱਧ ਗਿਆ ਵਾ, ਜਿਵੇਂ ਪ੍ਰੈਕਟਿਸ ਹੋਈ ਜਾਂਦੀ ਹੈ। ਕਿਉਂਕਿ ਇਕੱਲਾ ਮੈਂ ਲਿਖਣ ਵਾਲਾ ਕੰਮ ਇਕੱਲਾ ਇਹ ਨਹੀਂਗਾ ਵੀ ਮੈਂ ਕਿਸੇ ਚੀਜ਼ ਨੂੰ ਡਿਸਪਲੇ ਕਰਨੀ ਲਿਖ ਰਿਹਾ ਵਾਂ। ਹੁਣ ਇੱਕ ਰੈਗੂਲਰ ਰੂਟੀਨ ਹੀ ਬਣ ਗਿਆ। ਕਿਤੇ ਬੈਂਚ ਤੇ ਕੋਈ ਕਿਚਨ ਆਈਲੈਂਡ ਤੇ ਪਿਆ ਬੁੱਕ ਤੇ ਪੈਨ ਪਿਆ, ਉੱਥੇ ਪ੍ਰੈਕਟਿਸ ਜਾਰੀ ਰਹਿੰਦੀ ਹੈ ਹਰ ਟਾਈਮ ਹੀ ਲਿਖਦਾ ਹੀ ਰਹੀਦਾ। ਨਿਬ ਨਾਲ ਵੀ ਲਿਖ ਲਿਆ ਜਾਂ ਪੈਨ ਨਾਲ ਲਿਖ ਲਿਆ, ਤਾਂ ਕਿ ਤੁਹਾਡਾ ਫਲੋ ਬਣਿਆ ਰਹੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਇੱਕ ਪਹਿਲੀਆਂ ਦੇ ਵਿੱਚ ਨਾ ਜਦੋਂ ਅਸੀਂ ਵੀ ਸਕੂਲ ਵਿੱਚ ਹੁੰਦੇ ਇੱਕ ਡੰਕ ਕਹਿੰਦੇ ਹੁੰਦੇ ਸੀ, ਤੁਸੀਂ ਦੇਖਿਆ ਹੋਣਾ ਉਹ ਡੰਕ ਜਿੱਦਾਂ ਵੀ ਇੱਕ ਮੋਰੇ ਪੈਨ ਦੀ ਸ਼ੇਪ ਹੁੰਦੀ ਪਰ ਸ਼ਾਹੀ ਦੇ ਨਾਲ ਚੱਲਦਾ ਹੁੰਦਾ ਸੀ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ। ਉਹ ਬੜਾ ਉਹ ਵੀ ਆਹੀ ਸਿਮਿਲਰ ਚੀਜ਼ ਆ ਜਿਹੜੀ ਅਸੀਂ ਕੈਲੀਗ੍ਰਾਫੀ ਨਿਬ ਯੂਜ਼ ਕਰਦੇ ਤੇ ਇੰਕ ਪੋਟ ਹੁੰਦਾ, ਸਾਨੂੰ ਬਾਰ-ਬਾਰ ਡਿਪ ਕਰਨੀ ਪੈਂਦੀ ਆ। ਨਿਬ ਡਿਪ ਕਰਕੇ ਫੇਰ ਹੀ ਲਿਖੀ ਤਾਂ ਉਹੀ ਚੀਜ਼ ਆ, ਕੋਈ ਪੈਨ ਨਹੀਂ ਹੈਗਾ ਉਵੇਂ। ਮੈਂ ਤਾਂ ਹੀ ਉਹ ਕੀਤਾ। ਉਹ ਸਾਨੂੰ ਉਦੋਂ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਦੁਆਬੇ ਦੇ ਆ, ਸਾਨੂੰ ਉਹ ਡੰਕ ਕਹਿੰਦੇ ਹੁੰਦੇ ਸੀ ਕਿ ਉਹ ਵਿੱਚ ਡੁੱਬਣਾ, ਡੁੱਬ ਕੇ ਤੇ ਫੇਰ ਲਿਖਣਾ, ਉਹ ਤੋਂ ਬਾਅਦ ਫੇਰ ਉਹ ਨਵਾਉਣਾ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਲਾਈਨ ਇੱਕੋ ਜਿਹੀ ਰਹਿੰਦੀ ਆ ਤੇ ਉਹ ਜਦੋਂ ਮਰੋੜੀ ਵੀ ਪਾਉਣੀ ਆ ਤੇ ਖਾਸ ਸ਼ੇਪ ਸਾਡੇ ਟੀਚਰਸ ਨੇ ਇਹੀ ਸ਼ਾਇਦ ਸਿਖਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਹੁੰਦਾ, ਇਹ ਚੀਜ਼ ਕੋਸ਼ਿਸ਼ ਹੁੰਦੀ ਸੀ। ਇਹ ਬਹੁਤ ਸਮਾਂ ਇਹ ਚੀਜ਼ਾਂ ਵਿੱਚੋਂ ਨਿਕਲ ਗਈਆਂ ਸੀਗੀਆਂ, ਸੁੰਦਰ ਲਿਖਾਈ ਵਾਲੀਆਂ। ਪਰ ਅੱਜ ਕੱਲ ਇਹ ਚੀਜ਼ ਬਹੁਤ ਜ਼ਿਆਦਾ ਵੱਧ ਰਹੀ ਹੈ ਪੰਜਾਬ 'ਚ। ਮੇਰੇ ਨਾਲ ਘੱਟੋ ਘੱਟ ਨਹੀਂ ਤਾਂ 50 ਹੋਰ ਅੱਖਰਕਾਰੀ ਜੁੜੇ ਹੋਏ ਆ ਜਿਹੜੇ ਕਿ ਇਸ ਟਾਈਮ ਪੰਜਾਬ 'ਚ ਆ। ਪੰਜਾਬ ਦੇ ਸਕੂਲਾਂ 'ਚ ਸਰਕਾਰੀ ਟੀਚਰ ਹੈ ਜਿਨ੍ਹਾਂ ਦਾ ਕਿ ਬਹੁਤ ਜ਼ੋਰ ਹੈ ਇਸ ਚੀਜ਼ ਪਿੱਛੇ ਕਿ ਬੱਚਿਆਂ ਦੀ ਇੱਕ ਸੁੰਦਰ ਲਿਖਾਈ ਵੀ ਜ਼ਰੂਰ ਹੋਵੇ, ਕਿਉਂਕਿ ਅਦਰਵਾਈਜ਼ ਜਿਹੜੀ ਰਾਈਟਿੰਗ ਹੈ ਉਹ ਲੋਪ ਹੋ ਰਹੀ ਹੈ, ਖਤਮ ਹੋ ਰਹੀ ਹੈ। ਜਨਰੇਸ਼ਨ ਨਵੀਂ ਹੈ ਜੀ, ਕੰਪਿਊਟਰ 'ਤੇ ਲਿਖਣ ਵਾਲਾ ਕੰਮ ਹੀ ਨਹੀਂ ਰਹਿੰਦਾ, ਪਰ ਉਹਨਾਂ ਦਾ ਪੂਰਾ ਇਹ ਜ਼ੋਰ ਲੱਗਿਆ ਹੋਇਆ ਬੱਚਿਆਂ 'ਤੇ ਕਿ ਵੀ ਉਹ ਲਿਖਾਈ ਸੁਧਾਰ ਤੇ ਲਿਖਣਾ ਜ਼ਰੂਰ ਸਿੱਖਣ। ਜੀ ਬਿਲਕੁਲ। ਤੇ ਇਹੀ ਕੋਸ਼ਿਸ਼ ਮੇਰੀ ਇੱਥੇ ਆ ਵੀ ਮੈਂ ਆਪਦੀ ਲਿਖਾਈ ਵੀ ਸੁਧਾਰਾਂ ਤੇ ਆਉਣ ਵਾਲੇ ਸਮੇਂ 'ਚ ਕਿ ਮੈਂ ਇੱਕ ਅੱਗੇ ਅਗਲੀ ਜਨਰੇਸ਼ਨ ਨੂੰ ਵੀ ਇਹ ਚੀਜ਼ਾਂ ਸਿਖਾ ਸਕਾਂ। ਇਹ ਪਹਿਲਾਂ ਹੀ ਤੋਂ ਤੁਹਾਨੂੰ ਕੋਈ ਸੀਗਾ ਸ਼ੌਂਕ ਜਾਂ ਇੱਥੇ ਆ ਕੇ ਸ਼ੁਰੂਆਤ ਕੀਤੀ ਤੁਸੀਂ? ਡਰਾਇੰਗ ਦਾ ਸ਼ੌਂਕ ਬਚਪਨ ਤੋਂ ਹੀ ਸੀਗਾ। ਅੱਛਾ ਜੀ। ਛੋਟੇ ਹੁੰਦੇ ਤੋਂ ਹੀ ਕਰਦਾ ਰਿਹਾ, ਸਕੂਲ 'ਚ ਵੀ ਕਰਦਾ ਸੀਗਾ। ਫਾਦਰ ਵੀ ਮੇਰੇ ਡਰਾਇੰਗ ਕਰ ਲੈਂਦੇ ਸੀਗੇ, ਉਹਨਾਂ ਤੋਂ ਹੀ ਮੈਂ ਪਹਿਲਾਂ ਅਰਲੀ ਸਟੇਜਸ ਤੋਂ ਉਹਨਾਂ ਤੋਂ ਸਿੱਖਿਆ। ਅੱਛਾ ਜੀ। ਤੇ ਫਿਰ ਹੌਲੀ ਹੌਲੀ ਆਪ ਹੀ ਪ੍ਰੈਕਟਿਸ ਕਰਦਾ ਗਿਆ ਆਪਦੇ ਆਪ, ਕਿਉਂਕਿ ਇੰਟਰਸਟ ਸੀਗਾ। ਤੇ ਇੰਟਰਸਟ ਇੱਥੇ ਆ ਕੇ ਲੰਮਾ ਸਮਾਂ ਨਹੀਂ ਜ਼ਿਆਦਾ ਕੀਤਾ ਗਿਆ, ਪਰ ਪਿਛਲੇ 2 ਸਾਲਾਂ ਤੋਂ ਮੈਂ ਜ਼ਿਆਦਾ ਲਾਸਟ ਈਅਰ ਸਿਡਨੀ ਸਿੱਖ ਗਿਆ, ਮਚ ਵੀ ਸੀਗਾ। ਅੱਛਾ ਜੀ, ਠੀਕ। ਉਸ ਤੋਂ ਬਾਅਦ ਕੁਝ ਹੋਰ ਜ਼ਿਆਦਾ ਕਰਨ ਲੱਗੇ, ਜਦੋਂ ਇਨਕਰੇਜਮੈਂਟ ਮਿਲਦੀ ਹੈ ਤੁਹਾਨੂੰ ਲੱਗਦਾ ਵੀ ਹਾਂ ਇਟਸ ਅ ਗੁੱਡ ਰਾਈਟ ਵੇ ਹੈ ਨਾ। ਵੈਰੀ ਗੁੱਡ। ਹਾਂਜੀ। ਤੇ ਇਹ ਕੀ ਜੀ? ਇਹ ਰੀਸਾਈਕਲ ਬਟਨ ਲੱਗੇ ਹੋਏ ਆ ਜੀ, ਬਟਨ ਜਾਂ ਕੋਈ ਹੋਰ ਐਕਸਟਰਾ ਚੇਨਾਂ ਚੁੰਨਾਂ। ਇਹਦਾ ਤੁਸੀਂ ਚੰਡੀਗੜ੍ਹ ਵਾਲੇ ਨੇਕ ਚੰਦ ਹੋਣਾ ਦੀ ਵਾਲੀ ਗੱਲ ਹੀ ਹੈ ਜੀ। ਹਾਂਜੀ। ਇਹ ਜਿਵੇਂ ਮੈਂ ਆਰਟ ਫੈਸਿਲੀਟੇਟਰ ਹਾਂ ਜੀ, ਮੈਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨਾਲ ਕੰਮ ਕਰਦਾ। ਉੱਥੇ ਅਸੀਂ ਜਿਹੜੇ ਰਿਟਾਇਰਡ ਆ ਜਾਂ ਉਹਨਾਂ ਨੂੰ ਆਰਟਸ ਸੈਸ਼ਨ ਰਨ ਕਰਦੇ ਉਹਨਾਂ ਲਈ। ਕੋਈ ਵੀ ਮੀਡੀਅਮ ਹੈ, ਘੱਟੋ ਘੱਟ 40 ਜਾਂ 50 ਡਿਫਰੈਂਟ ਮੀਡੀਅਮਸ ਕੰਮ ਕਰਦਾ। ਫਿਰ ਉੱਥੇ ਇੱਕ ਸਾਡਾ ਸੈਸ਼ਨ ਸੀਗਾ ਰੀਸਾਈਕਲ ਚੀਜ਼ਾਂ ਨੂੰ ਕਰਨਾ। ਕੋਈ ਵੀ ਉਹਨਾਂ ਘਰੇ ਚੀਜ਼ਾਂ ਪੁਰਾਣੀਆਂ ਪਈਆਂ ਜਿਹੜੀਆਂ ਉਹਨਾਂ ਦੇ ਵਰਤੋਂ 'ਚ ਨਹੀਂ ਹੈਗੀਆਂ, ਉਹਨਾਂ 'ਚ ਕੋਈ ਕ੍ਰੀਏਟੀਵਿਟੀ ਲੈ ਕੇ ਆਉਣੀ। ਤਾਂ ਉਹ ਬੈਠਾ ਸੀ ਗਰੁੱਪ, ਤੇ ਮੈਨੂੰ ਵੀ ਲੱਗਿਆ ਵੀ ਮੈਂ ਵੀ ਉਹਨਾਂ ਦਾ ਕੋਈ ਚੀਜ਼ਾਂ 'ਚ, ਉਹ ਕਹਿੰਦੇ ਆ ਯੂਜ਼ ਨਹੀਂ ਸੀ ਕਰਨੀਆਂ, ਤੇ ਮੈਂ ਇੱਕ ਸਰਪੇਚ ਬਣਾ ਲਿਆ। ਹਾਂ, ਲੇਕਿਨ ਮੈਨੂੰ ਸ਼ੇਪ ਲੱਗੀ ਵੀ ਸਰਪੇਚ ਦੀ ਸ਼ੇਪ, ਮੈਂ ਉਹਨੂੰ ਸਰਪੇਚ ਦਾ ਨਾਮ ਦੇਤਾ ਵੀ ਇਹਨੂੰ ਆਪਾਂ ਇਦਾਂ ਖਲਾਰਾ ਪਾ ਦਈਏ ਤਾਂ ਖਲਾਰਾ ਹੈ, ਖਲਾਰਾ। ਤੇ ਇਹਨੂੰ ਰੂਪ 'ਚ ਰੱਖ ਦਿੱਤਾ, ਸਿਮੈਟਰੀ 'ਚ ਰੱਖ ਦਿੱਤਾ। ਹਾਂਜੀ, ਵਾਹ ਜੀ ਵਾਹ। ਤੇ ਮੈਂ ਜੀ ਬਹੁਤ ਵਧੀਆ ਗੱਲ ਹੈ। ਹਾਂਜੀ, ਸਹੀ ਹੈ। ਤੇ ਆਹ ਤਾਂ ਪੁਰਾਤਨ ਜਿਹੜੀ ਆਪਣੀ ਲਿਖੀ ਹੈ। ਹਾਂਜੀ, ਇਹ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਿਆ ਤੇ ਜਿਹੜੀ ਅਸਲੀ ਆ ਉਹਦਾ ਰੈਪਲੀਕਾ ਮੈਂ ਬਣਾਇਆ ਵਾ। ਵਾਹ ਜੀ ਵਾਹ। ਤੇ ਇਹ ਮੇਰੀ ਲਾਸਟ ਈਅਰ ਦੀ ਕ੍ਰੀਏਸ਼ਨ ਸੀ ਕਿ ਮੈਂ ਸਿਡਨੀ ਵੀ ਲੈ ਕੇ ਗਿਆ ਸੀਗਾ ਇਹ। ਅੱਛਾ ਜੀ, ਠੀਕ ਹੈ। ਹਾਂਜੀ, ਤੇ ਇਹ ਕਾਫੀ ਡਿਟੇਲ ਮਿਨੀਏਚਰ ਵਰਕ 'ਚ ਆ ਜਾਂਦਾ। ਹਾਂਜੀ। ਤੇ 골ਡ ਨਾਲ ਫਿਲਿੰਗ ਹੋਈ ਵੀ ਹੈ ਸਾਰੀ, ਨਾਟ ਐਕਚੁਅਲ ਪ੍ਰੋਪਰ 골ਡ, ਪਰ ਲਾਈਕ ਹਾਂ ਕਲਰ 골ਡ ਨਾਲ। ਤੇ ਤੁਸੀਂ ਪੇਪਰ ਵੀ ਬਿਲਕੁਲ? ਹਾਂਜੀ, ਪੇਪਰ ਨੂੰ ਉਹ ਕ੍ਰੀਏਟ ਕੀਤਾ ਗਿਆ ਜਿਹੜਾ ਪੁਰਾਣੀ ਲੁੱਕ ਦਿੱਤੀ ਜਾਵੇ ਮੈਨੂੰ, ਕਲਰਸ ਉਸ ਤਰ੍ਹਾਂ ਦੇ ਲਾਏ ਤਾਂ ਕਿ ਉਹ ਤੁਹਾਡਾ ਪੇਪਰ ਪੁਰਾਣਾ ਲੱਗੇ। ਜੀ, ਠੀਕ ਹੈ। ਅੱਛਾ ਜੀ। ਸਾਏ ਚਿੱਠੀ ਆ ਗਈ ਜੀ। ਇਹ ਸਾਹ ਚਿੱਟੀ ਪਹਿਲਾਂ ਸਾਨੂੰ ਦੱਸੋ, ਆਪਣੀ ਵਾਰ ਤਾਂ ਹੁੰਦਾ, ਹੁਣ ਪਤਾ ਨਹੀਂ ਹੁੰਦੀ ਆ ਕਿ ਨਹੀਂ? ਨਹੀਂ, ਸਾਏ ਚਿੱਟੀ ਸਟਿਲ ਹੈਗੀ ਆ, ਹੁਣ ਥੋੜੀ ਮਾਡਰਨਾਈਜ਼ ਹੋ ਗਈ ਆ। ਇਹਨੂੰ ਮੈਂ ਥੋੜੀ ਟ੍ਰੈਡੀਸ਼ਨਲ ਲੁੱਕ ਦਿੱਤੀ ਹੈ, ਲੋਕੀ ਅੱਜ ਕੱਲ੍ਹ ਵੀ ਯੂਜ਼ ਕਰ ਰਹੇ ਸਾਈ ਚਿੱਟੀ। ਇਹ ਥੋੜੀ ਪੁਰਾਣੀ ਲੁੱਕ ਵਾਲੀ ਹੈ, ਜਿਵੇਂ ਟ੍ਰੈਡੀਸ਼ਨਲ ਲੁੱਕ ਵਾਲੀ। ਪਰ ਮੈਂ ਜਿਹੜੀਆਂ ਹੋਰ ਕਦੇ ਕਈ ਵਾਰੀ ਕੋਈ ਆਪਣਾ ਕਮਿਸ਼ਨ ਕਰ ਲੈਂਦਾ ਕਿਸੇ ਦੀ ਵੈਡਿੰਗ ਆ, ਉਹ ਆਪਦੇ ਵੈਡਿੰਗ ਦੇ ਥੀਮ ਮੁਤਾਬਿਕ ਕ੍ਰੀਏਟ ਕਰ ਲੈਂਦੇ, ਜਿਵੇਂ ਬਾਰਡਰ ਵੱਖਰਾ ਹੋ ਗਿਆ ਜਾਂ ਅੰਦਰ ਰਾਈਟਿੰਗ 'ਚ ਮਿਨੀਮਮ ਚੀਜ਼ਾਂ ਲਿਖ ਲਈਆਂ। ਹੁਣ ਇੱਥੇ ਤਾਂ ਮੈਟਰ ਵੱਡਾ ਲਿਖਿਆ ਹੋਇਆ। ਹਾਂਜੀ। ਅੱਛਾ। ਉਹ ਸਿੰਪਲ ਵਰਡਿੰਗ ਕਰ ਲੈਂਦੇ ਆ। ਠੀਕ ਹੈ ਜੀ। ਤੇ ਲਿਖਾਉਂਦੇ ਅੱਜ ਕੱਲ੍ਹ ਵੀ। ਅੱਛਾ ਜੀ, ਹਾਂਜੀ, ਹੈਗੀ। ਤੇ ਤੁਸੀਂ ਇਹ ਮੰਨ ਲਓ ਕਿ ਇਹਨੂੰ ਐਜ਼ ਏ ਪ੍ਰੋਫੈਸ਼ਨਲ ਜੇ ਮੰਨ ਲਓ ਕਿਸੇ ਨੇ ਬਣਵਾਉਣਾ ਤਾਂ ਤੁਸੀਂ ਉਹਦੇ ਲਈ ਵੀ ਕਰ ਸਕਦੇ ਹੋ? ਬਣਵਾ ਕੇ ਬਣਾ ਦਿੰਦਾ ਜੀ। ਹਾਂ, ਮੈਂ ਕਰਦਾ। ਚਲੋ, ਬਹੁਤ ਵਧੀਆ, ਇਹ ਤਾਂ ਗੱਲ ਹੈ ਨਾ। ਠੀਕ ਹੈ ਜੀ। ਅੱਛਾ ਜੀ। ਤੇ ਜਿੱਦਾਂ ਆਪਾਂ ਉੱਧਰ ਗਏ ਸੀ, ਆਪਾਂ ਪੁਰਾਤਨ ਸ਼ੈਲੀ ਦੀ ਗੱਲ ਕਰਦੇ ਸੀ, ਆਧੁਨਿਕ
ਹਾਂਜੀ ਹਨਾ ਜੀ ਹਾਂਜੀ ਠੀਕ ਆ ਵਾਹ ਜੀ ਇਹ ਥੋੜੇ ਆਧੁਨਿਕ ਤੇ ਕੁਝ ਜਿਹੜੀਆਂ ਪਿਕਚਰਸ ਜਿਹੜੀਆਂ ਆ ਬਣੀਆਂ ਹੋਈਆਂ ਬਿਲਡਿੰਗ ਇੱਕ ਇੱਧਰ ਜਿਹੜੀ ਬਿਲਡਿੰਗ ਹੈ ਮੈਲਬਨ ਦੀ ਹੈ ਅੱਛਾ ਜੀ ਠੀਕ ਹੈ ਤੇ ਉਧਰਲੀ ਦਰਬਾਰ ਸਾਹਿਬ ਕੋਲ ਅੰਮ੍ਰਿਤਸਰ ਦੀ ਹੈ ਅੱਛਾ ਜੀ ਠੀਕ ਹੈ ਹੈਰੀਟੇਜ ਬਿਲਡਿੰਗਸ ਨੇ ਦੋਨੇ ਤੇ ਪਰ ਉਹ ਆਪਦੀ ਆਪ ਚ ਵੱਖਰੀ ਖੂਬਸੂਰਤੀ ਹੈ ਸਿਮਿਲੈਰਿਟੀਜ਼ ਹੈ ਹਾਂ ਪਰ ਵੱਖਰੀਆਂ ਵੀ ਹੈ ਸਹੀ ਹੈ ਜੀ ਇਹ ਕੁਝ ਕੋਸ਼ਿਸ਼ ਸੀਗੀ ਵੀ ਮੇਰੀ ਹੁਣ ਇਹਦੇ ਚ ਹੋਰ ਐਡੀਸ਼ਨ ਕਰੂੰਗਾ ਮੈਂ ਹਾਂਜੀ ਠੀਕ ਹੈ ਜੀ ਇੱਕ ਤੋਂ ਪਿਕਚਰਸ ਆਈਆਂ ਮੇਰੇ ਕੋਲੇ ਫੋਟੋਗ੍ਰਾਫਰਸ ਦੀਆਂ ਪਾਕਿਸਤਾਨ ਤੋਂ ਆਈ ਹੈ ਜੀ ਪੁਰਾਣੀਆਂ ਬਿਲਡਿੰਗ ਦੀ ਠੀਕ ਹੈ ਜੀ ਉਹ ਨੈਕਸਟ ਟਾਈਮ ਉਹਨੂੰ ਐਡ ਕਰਾਂਗੇ ਸੀਰੀਜ਼ 'ਚ ਜੀ ਬਿਲਕੁਲ ਵੀ ਥੋੜਾ ਜਿਹਾ ਵੀ ਉਹ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਜਾ ਕੇ ਦੇਖ ਸਕਦੇ ਕਿ ਬਹੁਤ ਲੋਕੀ ਹੈਗੇ ਨਹੀਂ ਜਾ ਪਾਉਂਦੇ ਪਰ ਉਹਨਾਂ ਨੂੰ ਆਪਾਂ ਲੈ ਕੇ ਤਾਂ ਸਕਦੇ ਹਾਂ ਕਮਿਊਨਿਟੀ ਲਈ ਹੈ ਬਿਲਕੁਲ ਨਹੀਂ ਇਹ ਵੀ ਠੀਕ ਹੈ ਜਿੱਦਾਂ ਹੁਣ ਆਰਟ ਦੀ ਆਪਾਂ ਗੱਲ ਪਹਿਲਾਂ ਹੀ ਕਰਦੇ ਸੀ ਵੀ ਇਹਨੂੰ ਆਪਾਂ ਕਿੱਦਾਂ ਹੋਰ ਵੀ ਜ਼ਿਆਦਾ ਪੈਸੇ ਕਮਾ ਸਕਦੇ ਹਾਂ ਜਿੱਦਾਂ ਕਿ ਉਹਨਾਂ 'ਚ ਤਾਂ ਬੋਲੀਆਂ ਲੱਗਦੀਆਂ ਜਿਹੜੀਆਂ ਹੋਰ ਚਿੱਤਰਕਾਰੀਆਂ ਹੈਗੀਆਂ ਕਰੋੜਾਂ ਵਿੱਚ ਵੀ ਜਾਂਦੀਆਂ ਹਾਂਜੀ ਹਨਾ ਜੀ ਕੋਈ ਇਦਾਂ ਦਾ ਪੰਜਾਬੀ ਭਾਈਚਾਰੇ ਤੁਸੀਂ ਦੇਖਿਆ ਇਦਾਂ ਦਾ ਕਰੇਜ਼ ਵੀ ਹਾਂ ਵੀ ਆਪਾਂ ਵੀ ਇਹਨਾਂ ਉੱਤੇ ਵੀ ਖਰਚ ਕਰੀਏ ਇਦਾਂ ਦੀਆਂ ਚੀਜ਼ਾਂ ਤੇ ਲਾਈਕ ਕਿਸੇ ਹੱਦ ਤੱਕ ਤਾਂ ਉਹ ਚੀਜ਼ ਆਪਣੇ ਵੀ ਇਹ ਆ ਰਹੀ ਹੈ ਜਿਵੇਂ ਕਿ ਮੈਨੂੰ ਇਹ ਸੁਣਨ ਚ ਆਇਆ ਸੀਗਾ ਵੀ ਆਪਣੇ ਵੀ ਇੱਥੇ ਆਕਸ਼ਨ ਹੋ ਰਹੀ ਹੈ ਅੱਛਾ ਜੀ ਅੱਜ ਜਾਂ ਲਾਈਕ ਡਿਊਰਿੰਗ ਇਸ ਇਵੈਂਟ ਠੀਕ ਹੈ ਜੀ ਤੇ ਆਪਣੇ ਇੱਕ ਆਰਟਿਸਟ ਉਹ ਕ੍ਰੀਏਟ ਕਰ ਰਿਹਾ ਕੋਈ ਪੇਂਟਿੰਗ ਉਹਦੇ ਤੇ ਆਕਸ਼ਨ ਹੋਣੀ ਹੈ ਠੀਕ ਹੈ ਪਰ ਮੋਰ ਓਵਰ ਜੋ ਸਾਡਾ ਸ਼ੌਂਕ ਹੈ ਅਸੀਂ ਉਹਦੇ ਚੋਂ ਥੋੜਾ ਬਹੁਤ ਆਪਦੇ ਸ਼ੌਂਕ ਨੂੰ ਕੰਟੀਨਿਊ ਕਰਨ ਲਈ ਆਪਾਂ ਸੇਲ ਕਰ ਦਈਦੀ ਹੈ ਹਰ ਇੱਕ ਦਾ ਆਪਦਾ ਨਜ਼ਰੀਆ ਆਪਦਾ ਪਰਸਪੈਕਟਿਵ ਹੈ ਵੀ ਤੁਸੀਂ ਕੀ ਕੱਢਣਾ ਉਹਦੇ ਚੋਂ ਹੈ ਨਾ ਮੇਰਾ ਮੋਟਿਵ ਇਹ ਹੈ ਕਿ ਇੱਕ ਇਨਕਰੇਜ ਕਰਨਾ ਆਪਣੀ ਯੰਗ ਜਨਰੇਸ਼ਨ ਨੂੰ ਠੀਕ ਹੈ ਤੇ ਅਵੇਅਰਨੈਸ ਲੈ ਕੇ ਆਉਣੀ ਆਪਣੀ ਜਨਰੇਸ਼ਨ ਨੂੰ ਕਿਉਂਕਿ ਆਪਣੀ ਜਨਰੇਸ਼ਨ 'ਚ ਅਵੇਅਰਨੈਸ ਹੈ ਨਹੀਂ ਜੇ ਉਹ ਅਵੇਅਰਨੈਸ ਆਊਗੀ ਤੇ ਆਪਣੀ ਯੰਗ ਜਨਰੇਸ਼ਨ 'ਚ ਇਨਕਰੇਜਮੈਂਟ ਆਊਗੀ ਤੇ ਇਨਵੋਲਵਮੈਂਟ ਹੋਊਗੀ ਬਿਲਕੁਲ ਠੀਕ ਹੈ ਉਹ ਚੀਜ਼ਾਂ ਸਾਰੀਆਂ ਇੰਟਰ ਰਿਲੇਟਡ ਆ ਬਹੁਤ ਪੇਰੈਂਟਸ ਇੱਥੋਂ ਮੂਹਰੋਂ ਹੀ ਮੁੜ ਜਾਂਦੇ ਆ ਜਵਾਕਾਂ ਨੂੰ ਲੈ ਕੇ ਤੇ ਜਿਨ੍ਹਾਂ 'ਚ ਥੋੜੀ ਜਿਹੀ ਸੂਝੀ ਇਸ ਚੀਜ਼ ਦੀ ਹੈਗੀ ਆ ਸੋਚ ਹੈ ਕਿ ਵੀ ਹਾਂ ਨਹੀਂ ਇਹ ਵੀ ਇੱਕ ਚੀਜ਼ ਹੈ ਉਹ ਅੰਦਰ ਆਉਂਦੇ ਆ ਟਾਈਮ ਲਾਉਂਦੇ ਆ ਬੱਚਿਆਂ ਨਾਲ ਗੱਲ ਕਰਦੇ ਆ ਬੱਚੇ ਸਾਡੇ ਨਾਲ ਗੱਲ ਕਰਦੇ ਆ ਤੁਸੀਂ ਬਹੁਤ ਇੰਪਰੂਵ ਆ ਅੱਗੇ ਨਾਲੋਂ ਜੋ ਚੀਜ਼ ਦੇਖ ਰਹੇ ਨਹੀਂ ਇਹ ਬਹੁਤ ਵਧੀਆ ਗੱਲ ਆ ਜਦੋਂ ਅਸੀਂ ਇਹ ਗੱਲਾਂ ਜਿਹੜੀਆਂ ਸੁਣਾਵਾਂਗੇ ਬੱਚਿਆਂ ਨੂੰ ਅੱਗੇ ਇੰਟਰਸਟ ਜਿਹੜਾ ਜ਼ਰੂਰ ਪੈਦਾ ਹੁੰਦਾ ਜੀ ਤੇ ਆ ਟਿਕਟ ਕਲੈਕਸ਼ਨ ਇਹ ਵੀ ਬਹੁਤ ਆਪਣੀ ਬਾਨ ਹੁੰਦਾ ਹੈ ਵੀ ਟਿਕਟਾਂ ਕਲੈਕਟ ਕਰਦਾ ਸੀਗਾ ਮੈਂ ਹੁਣ ਪਰ ਮੈਂ ਇਹ ਮੈਂ ਆਪਦਾ ਹੀ ਐਸਾ ਹੀ ਸੀਗਾ ਵੀ ਮੈਂ ਆਪ ਖੁਦ ਬਣਾਵਾਂ ਅੱਛਾ ਇਹ ਟਿਕਟ ਆਪ ਬਣਾਈਆਂ ਵੀ ਮੇਰੀਆਂ ਪੇਂਟ ਕੀਤੀਆਂ ਵੀ ਹਾਂਜੀ ਬਰੀਕੀ 'ਚ ਕੰਮ ਕਾਫੀ ਅਸਲੀ ਲੱਗਦੀਆਂ ਤੇ ਇਹ ਆਸਟ੍ਰੇਲੀਆ ਦੀਆਂ ਕਿ ਇੰਡੀਆ ਦੀਆਂ ਇਹ ਤੁਹਾਡੀਆਂ ਹੀ ਆ ਜਿਆਦਾ ਮੇਰੀਆਂ ਹੀ ਆ ਇਹ ਸਿਮਰਨ ਲਿਖਿਆ ਵਾ ਤੇ ਹਾਂਜੀ ਤਾਂ ਕਰਕੇ ਇਹ 25 ਰਿਜ਼ੈਮ ਕਰਦਾ ਵੀ ਕਿਹੜੇ ਈਅਰ 'ਚ ਬਣੀਆਂ ਹੋਈਆਂ ਜਿਵੇਂ 26 ਆਟੇ ਦੀ ਚਿੜੀ ਬਣਾਈ ਵੀ ਆ ਹਾਂਜੀ ਵਾਹ ਜੀ ਵੀ ਟਿਕਟ ਤੇ ਆਈ ਡੋਨਟ ਨੋ ਕਿ ਕਦੇ ਤੁਸੀਂ ਆਟੇ ਦੀ ਚਿੜੀ ਦੇਖੀ ਹੋਗੀ ਜਿਹੜੀ ਆਟੇ ਜਿਹੜੀ ਦੇਖੀ ਆ ਜੀ ਬਹੁਤ ਵਾਰੀ ਦੇਖੀ ਆ ਉਹਦੇ ਵਿੱਚ ਇਦਾਂ ਹਾਂਜੀ ਨਹੀਂ ਟਿਕਟ ਤੇ ਨਹੀਂ ਜੀ ਦੇਖੀ ਹਾਂਜੀ ਤੇ ਉਹਦਾ ਇਹ ਆ ਵੀ ਥੱਲੇ ਉਹ ਇੱਕ ਡੰਡਾ ਜਿਹਾ ਜਾਂ ਡੱਖਾ ਕਹਿ ਲਓ ਜਿਹਨੂੰ ਵੀ ਉਹਦੇ ਉੱਤੇ ਬਿਠਾ ਦਿੱਤਾ ਜਾਂਦਾ ਜੀ ਹੁਣ ਕਈ ਲੋਕ ਕਹਿਣਗੇ ਵੀ ਇੱਕ ਲੱਤ ਦੇ ਉੱਤੇ ਖੜੀ ਆ ਇਦਾਂ ਇੱਕ ਲੱਤ ਦੇ ਉੱਤੇ ਨਹੀਂ ਹੈਗੀ ਲੱਤਾਂ ਇਹਦੀਆਂ ਦੋ ਹੀ ਆ ਤੇ ਪਰ ਇਹ ਆਟੇ ਦੀ ਚਿੜੀ ਆ ਲਾਈਕ ਇਹੀ 골ਡ ਹੁੰਦਾ ਸੀ ਆਪਣਾ ਬੱਚਿਆਂ ਦਾ ਇਹ ਦੇਖੋ ਜੀ ਉਸ ਵੇਲੇ ਤਾਂ ਸਭ ਕੁਝ ਇਹੀ ਸੀ ਪਰ ਉਸ ਵੇਲੇ ਸਕੂਲ ਦੇ ਵਿੱਚ ਆਉਂਦਾ ਹੁੰਦਾ ਸੀ ਲੇਖ ਵੀ ਆਉਂਦਾ ਹੁੰਦਾ ਸੀ ਵੀ ਤੁਹਾਡੀ ਹੌਬੀ ਕੀ ਆ ਤੇ ਜ਼ਿਆਦਾਤਰ ਇਹੀ ਲਿਖਿਆ ਹੁੰਦਾ ਸੀ MBD ਦੀਆਂ ਗਾਈਡਾਂ ਦੇ ਵਿੱਚ ਬਈ ਜਿਹੜੀਆਂ ਅਸੀਂ ਤਾਂ ਟਿਕਟਾਂ ਇਕੱਠੀਆਂ ਕਰਦੇ ਹਾਂ ਪਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ